ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਤਿਹਾਸ ਕਿਸੇ ਵੀ ਦੇਸ਼ ਦੇ ਵਸਨੀਕਾਂ ਦੀ ਗਾਥਾ ਹੁੰਦੀ ਹੈ। ਇਤਿਹਾਸ ਜਾਂ ਤਾਂ ਕੀਤੇ ਚੰਗੇ ਕੰਮਾਂ ਦਾ ਬਣਦਾ ਹੈ ਜਾਂ ਫਿਰ ਹੱਦੋਂ ਮਾੜੇ ਕਰਮ ਕਰਨ ਨਾਲ। ਅੱਜ ਤੋਂ ਤਕਰੀਬਨ 163 ਸਾਲ ਪਹਿਲਾਂ ਦਾ ਗੌਰਵਮਈ ਇਤਿਹਾਸ ਅਜਨਾਲੇ ਦੇ ਇੱਕ ਖੂਹ ਵਿੱਚ ਛੁਪਿਆ ਹੋਇਆ ਹੈ। ਮਿੱਟੀ ਦੀ ਅਗੋਚ ਵਿੱਚ ਪਈਆਂ ਸਨ 282 ਸ਼ਹੀਦਾਂ ਦੀਆਂ ਦੇਹਾਂ, ਪਰ ਕਿਸੇ ਨੇ ਵੀ ਇਹਨਾਂ ਸ਼ਹੀਦਾਂ ਦੀਆਂ ਦੇਹਾਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਅੱਜ ਤੱਕ ਇਸ ਸ਼ਹੀਦਾਂ ਵਾਲੇ ਖੂਹ ਨੂੰ ਕਾਲਿਆਂ ਵਾਲਾ ਖੂਹ ਕਹਿੰਦੇ ਆਏ ਹਾਂ। ਇਹ ਗੋਰੇ ਹਾਕਮਾਂ ਦੀ ਬੋਲੀ ਹੁੰਦੀ ਸੀ। ਆਓ ਅੱਜ ਅਸੀਂ ਸੁਣਦੇ ਹਾਂ ਸ਼ਹੀਦਾਂ ਵਾਲੇ ਖੂਹ ਦੀ ਆਵਾਜ਼। ਪ੍ਰਸਿੱਧ ਇਤਿਹਾਸਕਾਰ ਅਤੇ ਖੋਜਕਾਰ ਸੁਰਿੰਦਰ ਕੋਸ਼ੜ ਦੇ ਯਤਨਾਂ ਸਦਕਾ ਅਤੇ ਗੁਰਦੁਆਰਾ ਸ਼ਹੀਦਗੰਜ ਸ਼ਹੀਦਾਂ ਵਾਲੇ ਖੂਹ ਦੀ 11 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਹਿੰਮਤ ਸਦਕਾ 18 ਫਰਵਰੀ 2014 ਨੂੰ ਖੂਹ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ। ਆਪਣੇ ਸ਼ਹੀਦਾਂ ਦੇ ਪਿੰਜਰ ਬੜੀ ਸਾਵਧਾਨੀ ਅਤੇ ਸ਼ਰਧਾ ਨਾਲ ਬਾਹਰ ਕੱਢੇ ਗਏ। ਬਹੁਤ ਸਾਰੀ ਸੰਗਤ ਖੂਹ ਦੇ ਆਲੇ ਦੁਆਲੇ ਖੜੀ ਸੀ ਅਤੇ ਸ਼ਹੀਦਾਂ ਦਾ ਸਤਿਕਾਰ ਕਰ ਰਹੀ ਸੀ। ਪੂਰੇ ਅਦਬ ਅਤੇ ਇੱਜ਼ਤ ਮਾਨ ਨਾਲ ਕੱਢੀਆਂ ਗਈਆਂ ਖੂਹ ਵਿੱਚੋਂ ਖੋਪਰੀਆਂ, ਦੰਦ ਅਤੇ ਸ਼ਹੀਦਾਂ ਦੀਆਂ ਹੱਡੀਆਂ, ਇਹ ਸਭ ਇਤਿਹਾਸ ਵੇਖ ਕੇ ਆਈਆਂ ਸੰਗਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਰਿਹਾ ਸੀ। ਇਹਨਾਂ ਭਾਰਤੀ ਸੈਨਿਕਾਂ ਨੇ 10 ਜੁਲਾਈ 1857 ਨੂੰ ਮੀਆਂ ਮੀਰ ਦੀ ਛਾਉਣੀ ਵਿੱਚ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ ਸੀ, ਪਰ ਇਹ ਕ੍ਰਾਂਤੀਕਾਰੀ ਅਗਲੇ ਦਿਨ ਦਰਿਆ ਰਾਵੀ ਦੇ ਕਿਨਾਰੇ ਪਿੰਡ ਠੱਠੀਆਂ ਤੋਂ ਗ੍ਰਿਫਤਾਰ ਕਰ ਲਏ ਗਏ। ਉਹਨਾਂ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਮਿਲੇ ਸਨ ਕੁਝ ਸਿੱਕੇ ਅਤੇ ਸੋਨੇ ਦੀਆਂ ਮੋਹਰਾਂ, ਜੋ ਕਿ ਗੁਰਦੁਆਰਾ ਸਾਹਿਬ ਵਿੱਚ ਸਾਂਭ ਕੇ ਰੱਖੇ ਗਏ ਹਨ। ਗੋਰਿਆਂ ਨੇ ਇਹਨਾਂ ਸੂਰਮਿਆਂ ਨੂੰ ਇਹਨਾਂ ਦੀ ਬਹਾਦਰੀ ਲਈ ਮੈਡਲ ਵੀ ਦਿੱਤੇ ਗਏ ਸਨ। ਜਦੋਂ ਉਹਨਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਸਿਰ ਚੁੱਕਿਆ ਤਾਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਇਸ ਖੂਹ ਵਿੱਚ ਸੁੱਟ ਕੇ ਪੂਰ ਦਿੱਤਾ ਗਿਆ। ਆਓ ਸੰਗਤ ਜੀ ਪੂਰੇ ਇਤਿਹਾਸ 'ਤੇ ਚਾਨਣਾ ਪਾਉਂਦੇ ਹਾਂ ਜੀ। 10 ਮਈ 1857 ਈਸਵੀ ਨੂੰ ਮੇਰਠ ਦੀ ਕੰਟੋਨਮੈਂਟ ਤੋਂ ਗਦਰ ਦੀ ਮੁਹਿੰਮ ਸ਼ੁਰੂ ਹੋਈ। ਇਸ ਦੀ ਸ਼ੁਰੂਆਤ ਭਾਰਤੀ ਸਿਪਾਹੀਆਂ ਦਾ ਅੰਗਰੇਜ਼ਾਂ ਖਿਲਾਫ ਵਿਦਰੋਹ ਕਰਨ ਨਾਲ ਹੋਈ ਅਤੇ ਬਹੁਤ ਜਲਦ ਇਹ ਰਾਸ਼ਟਰੀ ਵਿਦਰੋਹ ਵਿੱਚ ਤਬਦੀਲ ਹੋ ਗਿਆ। 10 ਮਈ ਨੂੰ ਇਹ ਮੁਹਿੰਮ ਦੀ ਸ਼ੁਰੂਆਤ ਹੋਈ। 11 ਮਈ ਨੂੰ ਇਸ ਦੀ ਜਾਣਕਾਰੀ ਦਿੱਲੀ ਪਹੁੰਚੀ ਅਤੇ 12 ਮਈ ਨੂੰ ਭਾਰਤ ਦੀਆਂ ਸਾਰੀਆਂ ਛਾਉਣੀਆਂ ਵਿੱਚ ਇਹ ਖਬਰ ਪਹੁੰਚ ਚੁੱਕੀ ਸੀ ਕਿ ਵਿਦਰੋਹ ਹੋ ਚੁੱਕਾ ਹੈ। 13 ਮਈ ਸਵੇਰ ਦੀ ਪਰੇਡ ਸਮੇਂ ਲਾਹੌਰ ਦੀ ਕੰਟੋਨਮੈਂਟ ਵਿੱਚ ਵਿਦਰੋਹ ਕਰਨ ਵਾਲੇ ਸਾਰੇ ਸਿਪਾਹੀਆਂ ਕੋਲੋਂ ਹਥਿਆਰ ਲੈ ਕੇ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ। ਫਿਰ 30 ਜੁਲਾਈ ਨੂੰ ਇਹਨਾਂ ਸਿਪਾਹੀਆਂ ਨੇ ਰਾਤ ਨੂੰ ਬਗਾਵਤ ਕਰਨ ਦਾ ਨਿਸ਼ਚੈ ਕੀਤਾ। ਮੇਜਰ ਸਪੈਂਸਰ ਕੰਟੋਨਮੈਂਟ ਦਾ ਹੈੱਡ ਸੀ। ਉਸ ਸਮੇਂ ਜਦੋਂ ਰਾਉਂਡ ਕਰਦਾ ਇਹਨਾਂ ਦੇ ਕੋਲੋਂ ਲੰਘਿਆ ਤਾਂ ਪ੍ਰਕਾਸ਼ ਪਾਂਡੇ, ਜੋ ਵਿਦਰੋਹ ਕਰ ਰਹੇ ਸਿਪਾਹੀਆਂ ਦਾ ਹੈੱਡ ਸੀ, ਉਸ ਨੇ ਮੇਜਰ ਸਪੈਂਸਰ ਦੀ ਤਲਵਾਰ ਨਾਲ ਹੀ ਉਸ ਦਾ ਸਿਰ ਕਲਮ ਕਰ ਦਿੱਤਾ ਅਤੇ ਹੋਰ 2 ਇੰਡੀਅਨ ਅਫਸਰ ਜੋ ਇਸ ਵਿੱਚ ਦਖਲ ਅੰਦਾਜ਼ੀ ਕਰ ਰਹੇ ਸਨ ਮਾਰੇ ਗਏ। 30 ਜੁਲਾਈ ਦੀ ਰਾਤ ਇਹਨਾਂ 282 ਕ੍ਰਾਂਤੀਕਾਰੀ ਸਿਪਾਹੀਆਂ ਨੇ ਲਾਹੌਰ ਕੰਟੋਨਮੈਂਟ ਤੋਂ ਰਾਤ 8:30 ਵਜੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤੀ। ਰਾਤ ਭਰ ਚੱਲਣ ਤੋਂ ਬਾਅਦ ਪਿੰਡ ਠੱਠੀਆਂ ਦੇ ਮੁਕਾਮ 'ਤੇ ਪਹੁੰਚ ਕੇ ਇੱਕ ਪਤਨ ਆਉਂਦਾ ਹੈ ਬਾਲਕਡ,
ਉੱਥੇ ਬੱਚਿਆਂ ਦਾ ਜਲ ਪ੍ਰਵਾਹ ਕਰਦੇ ਸੀ। ਰਾਤ ਇਹਨਾਂ ਨੇ ਉੱਥੇ ਕੱਟੀ ਅਤੇ ਸਵੇਰ 8 ਵਜੇ ਜਦੋਂ ਪਿੰਡ ਦੇ ਲੋਕ ਉੱਥੇ ਇਕੱਠੇ ਹੋਏ ਤਾਂ ਇਹਨਾਂ ਨੇ ਉਹਨਾਂ ਤੋਂ ਰਸਤਾ ਪੁੱਛਿਆ ਕਿ ਕਿਸ ਤਰ੍ਹਾਂ ਨਾਲ ਉਹ ਦਰਿਆ ਪਾਰ ਕਰਕੇ ਅੰਮ੍ਰਿਤਸਰ ਪਹੁੰਚ ਸਕਦੇ ਹਨ। ਤਾਂ ਲੰਬੜਦਾਰ ਅਤੇ ਚੌਕੀਦਾਰ, ਜਿਸ ਦਾ ਨਾਮ ਸੁਲਤਾਨ ਖਾਨ ਸੀ, ਉਸਨੇ ਆਪਣੇ ਟਰਾਇਲ ਵਿੱਚ ਲਿਖਿਆ ਹੈ ਕਿ ਜਦੋਂ ਇਹਨਾਂ ਕ੍ਰਾਂਤੀਕਾਰੀਆਂ ਨੇ ਉਹਨਾਂ ਤੋਂ ਰਸਤਾ ਪੁੱਛਿਆ ਤਾਂ ਉਸ ਨੂੰ ਸ਼ੱਕ ਹੋ ਗਿਆ ਕਿ ਇਹ ਸਭ ਬਾਗੀ ਹਨ। ਤਾਂ ਉਸ ਨੇ ਕਿਹਾ, ਤੁਸੀਂ ਸਭ ਮੇਰੇ ਪੁੱਤਰਾਂ ਵਾਂਗ ਹੋ, ਮੈਂ ਤੁਹਾਡੇ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਹਾਂ, ਤੁਸੀਂ ਕੁਝ ਦੇਰ ਤੱਕ ਇੱਥੇ ਵੇਟ ਕਰੋ। ਉਸ ਨੇ ਸਾਰੀ ਇਨਫੋਰਮੇਸ਼ਨ ਸੋਢੀਆਂ ਦਾ ਤਹਿਸੀਲਦਾਰ ਸੀ ਪ੍ਰਾਨਨਾਥ ਉਸ ਨੂੰ ਜਾ ਕੇ ਦੱਸੀ। 1 ਵਜੇ ਦੇ ਕਰੀਬ ਸੋਢੀਆਂ ਦਾ ਤਹਿਸੀਲਦਾਰ ਪ੍ਰਾਨਨਾਥ 180 ਦੇ ਕਰੀਬ ਘੋੜਸਵਾਰ ਹਥਿਆਰਾਂ ਨਾਲ ਲੈ ਕੇ ਬਾਲਕਾਟ ਪਹੁੰਚ ਗਿਆ। ਉਹਨਾਂ ਉੱਥੇ ਅੰਨ੍ਹੇਵਾਹ ਗੋਲੀ ਚਲਾਈ, ਜਿਸ ਨਾਲ 150 ਦੇ ਕਰੀਬ ਕ੍ਰਾਂਤੀਕਾਰੀ ਉੱਥੇ ਹੀ ਸ਼ਹੀਦ ਹੋ ਗਏ। 40-50 ਦੇ ਕਰੀਬ ਨੇ ਦਰਿਆ ਰਾਵੀ ਵਿੱਚ ਛਲਾਂਗਾਂ ਮਾਰ ਦਿੱਤੀਆਂ। ਫਿਰ ਅੰਮ੍ਰਿਤਸਰ ਦਾ ਡੀਸੀ ਸੀ ਫਰਡਰੀਕ ਹੈਨਰੀ ਕੂਪਰ, ਉਹ 4:30 ਵਜੇ ਦੇ ਕਰੀਬ ਅਜਨਾਲਾ ਬਾਲਕੋਟ ਪਹੁੰਚਿਆ। ਇਸ ਨੇ ਆਪਣੇ ਟਰਾਇਲ ਵਿੱਚ ਬਕਾਇਦਾ ਲਿਖਿਆ ਹੋਇਆ ਹੈ, ਬਚੇ ਹੋਏ ਕ੍ਰਾਂਤੀਕਾਰੀਆਂ ਦੀਆਂ ਨੰਬਰ ਪਲੇਟਾਂ ਅਤੇ ਬੈਲਟਾਂ ਉਤਾਰ ਕੇ ਬਕਾਇਦਾ ਉਹਨਾਂ ਦੀਆਂ ਸ਼ਰਟਸ ਦੇ ਬਟਨ ਤੋੜ ਕੇ ਇਹ ਦੇਖਿਆ ਗਿਆ ਕਿ ਇਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਹਥਿਆਰ ਤਾਂ ਨਹੀਂ। ਫਿਰ ਉਹਨਾਂ ਨੂੰ ਬਿਲਕੁਲ ਨਿਹੱਥੇ ਕਰਕੇ ਰੱਸਿਆਂ ਨਾਲ ਬੰਨ੍ਹ ਕੇ ਰਾਤ ਕਰੀਬ 1:30 ਵਜੇ ਦੇ ਅਜਨਾਲੇ ਲਿਆਂਦਾ ਗਿਆ। ਕੂਪਰ ਨੇ ਆਪਣੀ ਮਨਸ਼ਾ ਜ਼ਾਹਰ ਕੀਤੀ ਕਿ ਉਸ ਨੇ ਇਹਨਾਂ ਨੂੰ ਉਸੇ ਟਾਈਮ ਹੀ ਫਾਂਸੀ ਲਟਕਾ ਦੇਣਾ ਸੀ, ਪਰ ਉਸ ਦਿਨ ਬਾਰਿਸ਼ ਇੰਨੀ ਤੇਜ਼ ਸੀ ਕਿ ਉਸ ਨੇ ਫਾਂਸੀ ਸਵੇਰ ਤੱਕ ਟਾਲ ਦਿੱਤੀ। ਫਿਰ 1 ਅਗਸਤ 1857 ਈਸਵੀ ਦਾ ਦਿਨ ਬਕਰੀਦ ਦਾ ਦਿਨ ਸੀ ਤਾਂ ਸਵੇਰੇ 6 ਵਜੇ ਜਦੋਂ ਅਜ਼ਾਨ ਦੀ ਆਵਾਜ਼ ਖਤਮ ਹੋਈ, ਉਸ ਤੋਂ ਬਾਅਦ 10-10 ਕਰਕੇ ਇਹਨਾਂ ਸੈਨਿਕਾਂ ਨੂੰ ਇਸ ਥਾਣੇ 'ਚੋਂ ਬਾਹਰ ਕੱਢਿਆ। ਉਹਨਾਂ ਨੂੰ ਕਤਲ ਕਰਨ ਲਈ 50 ਸੈਨਿਕ ਪਹਿਲਾਂ ਤੋਂ ਹੀ ਪੋਜੀਸ਼ਨ ਲੈ ਕੇ ਖੜ੍ਹੇ ਸਨ। ਇਹਨਾਂ ਸਾਰੇ ਸੈਨਿਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਡੀਸੀ ਕੂਪਰ ਨੂੰ ਅਚਾਨਕ ਯਾਦ ਆਇਆ ਕਿ ਜੋ 45 ਸੈਨਿਕ ਬਚੇ ਸਨ, ਜਿਨ੍ਹਾਂ ਨੂੰ ਉਸਨੇ ਬੁਰਜ ਵਿੱਚ ਤੂੜੀ ਵਾਂਗ ਦਬਾਇਆ ਹੋਇਆ ਸੀ, ਉਹਨਾਂ ਨੂੰ ਵੀ ਗੋਲੀਆਂ ਮਾਰਨੀਆਂ ਹਨ। ਜਦੋਂ ਉਸਨੇ ਉਸ ਬੁਰਜ ਦਾ ਦਰਵਾਜ਼ਾ ਖੁਲਵਾਇਆ ਤਾਂ ਉਹਨਾਂ ਸੈਨਿਕਾਂ ਦੇ ਸਾਹ ਘੁੱਟਣ ਨਾਲ ਕੁਝ ਤਾਂ ਅਦਮੋਈ ਹਾਲਤ ਵਿੱਚ ਸਨ ਅਤੇ ਕੁਝ ਅਜੇ ਸਹਿਕ ਰਹੇ ਸਨ। ਕੂਪਰ ਨੇ ਆਰਡਰ ਕੀਤਾ ਕਿ ਇਹਨਾਂ ਨੂੰ ਘੜੀਸ ਕੇ ਬਾਹਰ ਲਿਆਂਦਾ ਜਾਵੇ। ਸ਼ਹੀਦਾਂ ਵਾਲੇ ਖੂਹ ਵਿੱਚ ਪਹਿਲਾਂ ਉਹਨਾਂ ਨੂੰ ਗੋਲੀਆਂ ਨਾਲ ਕੀਤੇ ਸ਼ਹੀਦਾਂ ਨੂੰ ਸੁੱਟਿਆ ਗਿਆ ਅਤੇ ਉਹਨਾਂ ਉੱਪਰ ਇਹ 45 ਜੋ ਅਜੇ ਅਦਮੋਈ ਹਾਲਤ ਵਿੱਚ ਸਨ ਸੁੱਟ ਕੇ ਖੂਹ ਉੱਪਰ ਮਿੱਟੀ ਪਾ ਕੇ ਹਮੇਸ਼ਾ ਲਈ ਖੂਹ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਅੱਜ ਵੀ ਅਜਨਾਲਾ ਤੋਂ ਕੁਝ 2 ਕਿਲੋਮੀਟਰ ਪਹਿਲਾਂ ਇੱਕ ਗੇਟ ਬਣਾਇਆ ਗਿਆ ਹੈ ਜੋ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ। ਪਰ ਇਸ ਗੇਟ ਉੱਪਰ ਲਿਖਿਆ ਸ਼ਹੀਦਾਂ ਵਾਲਾ ਖੂਹ ਦੇ ਨਾਲ ਕਾਲਿਆਂ ਵਾਲਾ ਖੂਹ ਲਿਖ ਕੇ ਸੰਬੋਧਨ ਕੀਤਾ ਗਿਆ ਹੈ। ਉਹਨਾਂ ਸ਼ਹੀਦਾਂ ਦਾ ਸਨਮਾਨ ਉਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਅਸੀਂ ਸ਼ਹੀਦਾਂ ਵਾਲਾ ਖੂਹ ਨੂੰ ਕਾਲਿਆਂ ਵਾਲਾ ਖੂਹ ਲਿਖਣਾ ਬੰਦ ਨਹੀਂ ਕਰਦੇ। ਉਸ ਤੋਂ ਬਾਅਦ ਇਹਨਾਂ ਸ਼ਹੀਦਾਂ ਦੀਆਂ ਅਸਥੀਆਂ ਖੂਹ ਪਟਵਾ ਕੇ ਬਾਹਰ ਕੱਢੀਆਂ ਗਈਆਂ। ਫਿਰ ਇਹਨਾਂ ਨੂੰ ਪੂਰੇ ਸਨਮਾਨ ਨਾਲ, ਪੂਰੇ ਅਦਬ ਨਾਲ ਇਹਨਾਂ ਦਾ ਸਨਮਾਨ ਕੀਤਾ ਗਿਆ ਅਤੇ
ਇਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।